देखो साडा मोटिव सिर्फ इन्ना वा कि लोगों को सहूलत मिले। और सब नालों वड्डी गल आ तुसीं जे ऐतवार वाला दिन कदी अपना कैमरा चलाओ उत्थे ते तुहानूं पता लगेगा किन्ना रश हुंदा, किन्नी ज़्यादा जिहड़ी जगह सारी घेर लित्ती जांदी आ। प्रशासन नूं अपनी जिहड़ी ड्यूटी आ वो करनी चाहिए आ, पर प्रशासन जिहड़ा वा वो ढीठ बन के बह चुका वा। पर लगदा मैनूं कपूरथले दे जिहड़े लोग आ वो ढीठ आ, वो नहीं सुधर सकदे जिहड़े दुकानदार आ। और असीं इहनूं होर भी मार्केटां जिहड़ियां हैगीआं वा ते अवैध बणीਆਂ होईआं वा वो सारियां दे हुण केस जिहड़े SDM कोर्ट दे विच ही लैके जावांगे। वो सैक्शन 164 ਹੁੰਦਾ ਵਾ ਜਿਹਦੇ 'ਚ ਕੋਰਟ 'ਚ ਬਿਆਨ ਦਿੱਤੇ ਜਾਂਦੇ ਆ। ਉਹਦੇ ਵਿੱਚ ਸਾਰਿਆਂ ਨੇ ਮੰਨਿਆ ਸੀਗਾ ਕਿ ਅਸੀਂ ਆਪਣੀ ਦੁਕਾਨ ਜਿਹੜੀ ਆ 1 ਇੰਚ ਵੀ ਦੁਕਾਨ ਤੋਂ ਬਾਹਰ ਨਹੀਂ ਕੱਢਾਂਗੇ, ਲੇਕਿਨ ਉਹਦੇ ਬਾਵਜੂਦ ਹੀ ਤੁਸੀਂ ਸ਼ਹਿਰ ਦਾ ਹਾਲ ਤੇ ਹੁਣ ਦੇਖ ਹੀ ਰਹੇ ਹੋ, ਜਿੱਥੇ 20-20 ਫੁੱਟ ਦੀਆਂ ਕੰਧਾਂ ਕਰਕੇ ਇੰਨੀਆਂ ਵੱਡੀਆਂ ਮਾਰਕੀਟਾਂ ਖੜੀਆਂ ਕਰਤੀਆਂ ਔਰ ਉਹ ਜਿਹੜੇ ਕਾਨੂੰਨ ਆ ਉਹਨਾਂ ਨੂੰ ਛਿੱਕਿਆਂ ਤੇ ਟੰਗ ਦਿੱਤਾ। ਕੀ ਸਰਕਾਰਾਂ ਨੂੰ ਉਹ ਕਾਨੂੰਨ ਦਿਖਦੇ ਨਹੀਂ ਪਏ? ਕੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਉਹ ਕਾਨੂੰਨ ਦਿਖਦੇ ਨਹੀਂ ਪਏ? ਜਿਹੜੇ ਇਸ ਵੇਲੇ ਮੌਜੂਦਾ ਅਧਿਕਾਰੀ ਆ ਉਹਨਾਂ ਨੇ ਵੀ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਹੈਗੀਆਂ ਕਿ ਸ਼ਹਿਰ ਦੇ ਵਿੱਚ ਹੋਰ ਬਹੁਤ ਹੈਗੀਆਂ ਜਿਹੜੀਆਂ ਬਾਜ਼ਾਰ ਜਿਹੜੇ ਖੁੱਲ੍ਹੇ ਕਰਨ ਦੀ ਲੋੜ ਹੈਗੀ ਆ ਔਰ ਅਸੀਂ ਹੌਲੀ ਹੌਲੀ ਉਹ ਸਾਰੇ ਬਾਜ਼ਾਰ ਖੁੱਲ੍ਹੇ ਕਰਵਾਵਾਂਗੇ। ਉਹ ਰੈੱਡ ਕ੍ਰਾਸ ਦੀ ਇੱਕ ਮੈਨੂੰ ਸ਼ਿਕਾਇਤ ਆਈ ਹੈ, ਉਹ ਮੈਂ ਨੈਸ਼ਨਲ ਹੈੱਡਕੁਆਟਰ ਨੂੰ ਫਾਰਵਰਡ ਕਰਤੀ ਹੈ। ਨਮਸਕਾਰ ਜੀ, ਮੈਂ ਸੌਰਵ ਮੜੀਆ ਐਕਟ 19 ਨਿਊਜ਼ TV ਲੈ ਕੇ ਆਇਆ। ਅੱਜ ਖਬਰ ਦਾ ਅਸਰ ਕੀ ਹੈ? ਜੋ ਰੈੱਡ ਕ੍ਰਾਸ ਮਾਰਕੀਟ ਦਾ ਘਪਲਾ ਫੜਿਆ ਗਿਆ ਸ਼੍ਰੀ ਸੁਕੇਤ ਗੁਪਤਾ ਜੀ ਵੱਲੋਂ, ਉਹ ਅੱਜ ਦੱਸਣਗੇ ਖਬਰ ਦਾ ਅਸਰ ਕੀ ਹੋਇਆ। ਦੂਸਰਾ ਇਹ ਪਾਰਟ। ਨਮਸਕਾਰ ਸਰ। ਨਮਸਕਾਰ ਸੌਰਵ ਮੜੀ ਜੀ, ਮੈਂ ਪਹਿਲਾਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਐਕਟ 19 ਨੇ ਇਸ ਖਬਰ ਨੂੰ ਬੜੇ ਹੀ ਵਧੀਆ ਢੰਗ ਨਾਲ ਚੱਕਿਆ ਔਰ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ੇ ਬਣਿਆ ਔਰ ਲੋਕ ਜਾਣਨ ਨੂੰ ਉਤਸੁਕ ਨੇ ਕਿ ਇਹ ਗੱਲ ਹੈ ਕੀ ਸਾਰੀ ਜੀ। ਹੁਣ ਇਹਦਾ ਸਰ ਕੀ ਅਸਰ ਹੋਇਆ? ਕੀ ਖਬਰ ਲੱਗਣ ਤੋਂ ਬਾਅਦ ਤੁਸੀਂ ਇੰਨੀ ਮਿਹਨਤ ਕੀਤੀ ਆ, ਕੀ ਅਸਰ ਹੋਇਆ? ਨਹੀਂ, ਅਸੀਂ ਤਾਂ ਦੇਖੋ ਜੋ ਪ੍ਰੋਸੀਡਿੰਗਸ ਸੀਗੀਆਂ ਅਸੀਂ ਉਹਨਾਂ ਨੂੰ ਅਡੋਪਟ ਕਰ ਰਹੇ ਹੈਗੇ, ਜੋ ਲੀਗਲ ਪ੍ਰੋਸੀਡਿੰਗਸ ਹੈਗੀਆਂ ਵਾ। ਲੀਗਲ ਪ੍ਰੋਸੀਡਿੰਗਸ ਦੇ ਵਿੱਚ ਸਾਨੂੰ 15 ਤਰੀਕ ਮਿਲੀ ਸੀ ਬਹਿਸ ਦੀ। SDM ਨੇ ਸਾਨੂੰ ਸੱਦਿਆ ਸੀ ਬਹਿਸ ਵਾਸਤੇ। ਅਸੀਂ 15 ਨੂੰ ਬਹਿਸ ਕਰਕੇ ਆਏ ਹਾਂ। ਅਸੀਂ ਆਪਣਾ ਪੱਖ ਰੱਖਿਆ ਔਰ ਦੱਸਿਆ ਵਾ ਕਿ ਕਿਉਂ ਜ਼ਰੂਰੀ ਆ ਜਿਹੜੀਆਂ ਦੋਨੇ ਪਾਰਟੀਆਂ ਨੂੰ ਨੋਟਿਸ ਕਰਨਾ। ਉਸ ਤੋਂ ਬਾਅਦ ਦੋਵੇਂ ਪਾਰਟੀਆਂ ਕਿਹੜੀਆਂ? ਦੋਵੇਂ ਪਾਰਟੀਆਂ, ਇੱਕ ਤੇ ਰੈੱਡ ਕ੍ਰਾਸ ਹੈਗੀ ਆ, ਦੂਜਾ ਅਸੀਂ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ, ਜਿਸ ਚੀਫ ਸੈਕਟਰੀ ਨੇ ਪੰਜਾਬ ਸਰਕਾਰ ਉਹਨਾਂ ਨੂੰ ਅਸੀਂ ਪਾਰਟੀ ਬਣਾਇਆ ਔਰ ਅਸੀਂ ਉਹਦੇ ਵਿੱਚ ਆਪਣਾ ਪੱਖ ਰੱਖਿਆ ਔਰ ਉੱਥੇ ਬਕਾਇਦਾ ਅਸੀਂ ਆਪਣਾ ਕਾਨੂੰਨ ਦੱਸਿਆ ਕਿ ਇਹਦੇ 'ਚ ਕਾਨੂੰਨ ਕੀ ਕਹਿ ਰਿਹਾ ਹੈਗਾ ਵਾ। ਤੇ ਜਿਹਨੂੰ ਸੁਣ ਕੇ SDM ਕਪੂਰਥਲਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੇ ਹੁਣ ਦੋਨੋਂ ਪਾਰਟੀਆਂ ਨੂੰ ਨੋਟਿਸ ਕਰਨ ਦੇ ਆਰਡਰ ਕਰ ਦਿੱਤੇ ਹੈਗੇ ਆ ਔਰ ਅਗਲੀ ਤਰੀਕ ਜਿਹੜੀ ਆ ਉਹ 29/12 ਰੱਖੀ ਗਈ ਹੈਗੀ ਸਾਡੀ ਜਿਹੜੀ ਅਗਲੀ ਤਰੀਕ ਹੈਗੀ ਆ। ਓਕੇ ਜੀ। ਔਰ ਇਹ ਜਿਹੜਾ ਨੋਟਿਸ ਕੱਢਿਆ ਗਿਆ ਤੇ ਇਹਦਾ ਹੁਣ ਕੀ ਅਸਰ ਹੋਏਗਾ? ਦੇਖੋ ਇਹਦੇ ਇਹੀ ਹੈ ਕਿ ਉਹਨਾਂ ਨੂੰ ਹੁਣ ਪੱਖ ਰੱਖਣ ਲਈ ਬੁਲਾਇਆ ਗਿਆ ਕਿ ਰੈੱਡ ਕ੍ਰਾਸ ਆਪਣਾ ਆ ਕੇ ਪੱਖ ਰੱਖੇ ਜਾਂ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਆਪਣਾ ਆ ਕੇ ਪੱਖ ਰੱਖੇ ਕਿ ਹਾਂ ਵੀ ਕਿਉਂ ਇਹ ਤਾਂ ਜਿਹੜੀ ਅਸੀਂ ਆਰੋਪ ਲਾ ਰਹੇ ਹਾਂ ਜਾਂ ਅਸੀਂ ਜਿਹੜਾ ਕੇਸ ਕਰ ਰਹੇ ਹਾਂ ਉਹ ਕਿੱਥੇ ਤੱਕ ਸਹੀ ਹੈਗਾ। ਉਹ ਆਪਣੇ ਪ੍ਰੂਫ ਲੈ ਕੇ ਆਉਣਗੇ, ਆਪਣੇ ਡਾਕੂਮੈਂਟਸ ਲੈ ਕੇ ਆਉਣਗੇ, ਫਿਰ ਅਸੀਂ ਵੀ ਆਪਣੇ ਪੱਖ ਤੇ ਆਪਣੇ ਡਾਕੂਮੈਂਟ ਸਾਹਮਣੇ ਰੱਖਾਂਗੇ ਕਿ ਇਹ ਕਿਉਂ ਅਸੀਂ ਚਾਹ ਰਹੇ ਹੈਗੇ ਕਿ ਤਾਂ ਕਿ ਦੇਖੋ ਸਾਡਾ ਮੋਟਿਵ ਸਿਰਫ ਇੰਨਾ ਵਾ ਕਿ ਲੋਕਾਂ ਨੂੰ ਸਹੂਲਤ ਮਿਲੇ। ਜਿਹੜੇ ਲੋਕ ਨੇ ਇੱਥੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਿ ਜਿਹੜਾ ਭਗਤ ਸਿੰਘ ਚੌਂਕ ਹੈਗਾ ਉੱਥੋਂ ਕਚਹਿਰੀ ਚੌਂਕ ਤੱਕ ਕਈ ਵਾਰੀ ਜਾਮ ਲੱਗ ਜਾਂਦਾ ਵਾ। ਬਿਲਕੁਲ ਜੀ, ਬਿਲਕੁਲ। ਔਰ ਲੋਕੀ ਕਈ ਵਾਰੀ ਤਾਂ ਤੁਸੀਂ ਇਹ ਵੀ ਦੇਖਿਆ ਆਪਸ 'ਚ ਗੁੱਥਾ ਵੀ ਹੋ ਜਾਂਦੇ ਨੇ ਇਹ ਲੈ ਕੇ ਰਸ਼ ਨੂੰ। ਔਰ ਸਭ ਨਾਲੋਂ ਵੱਡੀ ਗੱਲ ਆ ਤੁਸੀਂ ਜੇ ਐਤਵਾਰ ਵਾਲਾ ਦਿਨ ਕਦੀ ਆਪਣਾ ਕੈਮਰਾ ਚਲਾਓ ਉੱਥੇ ਤੇ ਤੁਹਾਨੂੰ ਪਤਾ ਲੱਗੇਗਾ ਕਿੰਨਾ ਰਸ਼ ਹੁੰਦਾ, ਕਿੰਨੀ ਜ਼ਿਆਦਾ ਜਿਹੜੀ ਜਗ੍ਹਾ ਸਾਰੀ ਘੇਰ ਲਿੱਤੀ ਜਾਂਦੀ ਆ ਔਰ ਸਾਰੇ ਲੋਕਾਂ ਨੂੰ ਜਿਹੜੇ ਆਮ ਪਬਲਿਕ ਆ ਕਪੂਰਥਲੇ ਦੀ ਉਹਨੂੰ ਨਿਕਲਣ ਵਾਸਤੇ ਤਾਂ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਪਰ ਕੋਈ ਸੁਣਨ ਨੂੰ ਤਿਆਰ ਹੀ ਨਹੀਂ। ਇਸ ਕਰਕੇ ਸਾਨੂੰ ਕੋਰਟ 'ਚ ਜਾਣਾ ਪਿਆ ਜੀ। ਮੇਰੇ ਨਾਲ ਇਸ ਟਾਈਮ ਅਵਿਨਾਸ਼ ਰਾਏ ਖੰਨਾ ਜੀ ਸੀਨੀਅਰ BJP ਲੀਡਰ ਜੁੜ ਚੁੱਕੇ ਨੇ। ਮੈਂ ਸੌਰਵ ਮੜੀਆ ਐਕਟ 19 ਨਿਊਜ਼ TV ਦੇ ਕੁਝ ਸਵਾਲ ਅੱਗੇ ਜੋ ਉਹਨਾਂ ਨਾਲ ਕਰਾਂਗਾ। ਰੈੱਡ ਕ੍ਰਾਸ ਸੁਸਾਇਟੀ ਦੇ ਤੁਸੀਂ ਆਪਣਾ ਵਾਈਸ ਪ੍ਰੈਜ਼ੀਡੈਂਟ ਹੈਗੇ ਹੋ। ਇਸ ਟਾਈਮ ਘਪਲਾ ਨਿਕਲਿਆ ਰੈੱਡ ਕ੍ਰਾਸ ਦੀ ਜਿਹੜੀ ਮਾਰਕੀਟ ਆ ਉਹਦੇ ਬਾਰੇ ਬੋਲੋ। ਦੇਖੋ ਰੈੱਡ ਕ੍ਰਾਸ ਦੀ ਇੱਕ ਮੈਨੂੰ ਸ਼ਿਕਾਇਤ ਆਈ ਹੈ, ਉਹ ਮੈਂ ਨੈਸ਼ਨਲ ਹੈੱਡਕੁਆਟਰ ਨੂੰ ਫਾਰਵਰਡ ਕਰਤੀ ਹੈ। ਉਸ 'ਤੇ ਜਲਦੀ ਜੋ ਵੀ ਬਣਦਾ ਐਕਸ਼ਨ ਹੈ ਉਹ ਲਵਾਂਗੇ। ਜਿਹੜੇ ਨੋਟਿਸ ਵੀ ਜਾਰੀ ਹੋ ਗਏ ਕੋਰਟ ਵੱਲੋਂ? ਇਹ ਨਹੀਂ ਮੈਨੂੰ ਪਤਾ। ਓਕੇ। ਔਰ ਜਿਹੜਾ ਇੱਕ ਹੋਰ ਸਰ ਦੂਜਾ ਮਸਲਾ ਇਹ ਹੈ ਕਿ ਰੈੱਡ ਕ੍ਰਾਸ ਸੁਸਾਇਟੀ ਦੇ ਜਿਹੜੇ ਆਪਣੇ ਸੈਕਟਰੀ ਹੈਗੇ ਨੇ ਮਿਸਟਰ RC ਬਿਰਾ, ਉਹਨਾਂ ਨੇ ਕਿਹਾ ਸੀ ਬਿਨਾਂ ਤਨਖਾਹ ਤੋਂ ਮੈਂ ਕੰਮ ਕਰਾਂਗਾ ਹੈਰੋ ਮਨੀ ਦੇ, ਪਰ ਉਹਨੇ ਤਨਖਾਹ 5 ਸਾਲ ਤੋਂ ਲਗਾਤਾਰ 17,500 ਰੁਪਏ ਨਾਲ ਸਮਥਿੰਗ ਆ ਰਹੀ ਜੋ RTI ਨੇ ਕਿਹਾ। ਦੇਖੋ ਜਿਹੜੀ ਕੰਪਲੇਂਟ ਆਈ ਹੈ ਹੁਣ ਮੈਂ ਕੁਛ ਉੱਤੇ ਕਮੈਂਟ ਨਹੀਂ ਕਰਤਾ ਜਦ ਤੱਕ ਇਨਕੁਆਇਰੀ ਨਹੀਂ ਹੁੰਦੀ। ਉਹਦੇ ਲਈ ਨੈਸ਼ਨਲ ਹੈੱਡਕੁਆਟਰ ਇਨਕੁਆਇਰੀ ਕਰੇਗਾ। ਸਟੇਟ ਬ੍ਰਾਂਚ, ਜ਼ਿਲ੍ਹਾ ਬ੍ਰਾਂਚ ਔਰ ਨੈਸ਼ਨਲ ਹੈੱਡਕੁਆਟਰ ਇਹਨਾਂ ਦੀ ਵਰਕਿੰਗ ਦਾ ਆਪਣਾ ਸਿਸਟਮ ਹੈ।
ਨੈਸ਼ਨਲ ਹੈੱਡਕੁਆਟਰ ਨੂੰ, ਕਿਉਂਕਿ ਮੈਨੂੰ ਐਜ਼ ਵਾਈਸ ਚੇਅਰਮੈਨ ਕੰਪਲੇਂਟ ਆਈ ਹੈ, ਮੈਂ ਆਪਣੇ ਸੈਕਟਰੀ ਜਨਰਲ ਨੂੰ ਭੇਜੀ ਹੈ। ਉਹ ਇਨਕੁਆਇਰੀ ਕਰਕੇ ਜੋ ਰਿਪੋਰਟ ਦੇਣਗੇ ਉਸ 'ਤੇ ਕਾਰਵਾਈ ਹੋਏਗੀ। ਔਰ ਇਹਦਾ ਸਾਰਾ ਜਿਹੜਾ ਦੋਸ਼ ਆ ਟ੍ਰੈਫਿਕ ਪੁਲਿਸ ਦੇ ਉੱਪਰ ਥੋਪ ਦਿੱਤਾ ਜਾਂਦਾ ਹੈ ਕਿ ਹਾਂ ਵੀ ਪੁਲਿਸ ਟ੍ਰੈਫਿਕ ਦੀ ਸਮੱਸਿਆ ਨੂੰ ਵਧਾ ਰਹੀ ਹੈ, ਕੰਟਰੋਲ ਨਹੀਂ ਕਰ ਰਹੀ, ਪਰ ਅਸਲ ਮੁੱਦਾ ਤੁਸੀਂ ਫੜ ਲਿਆ। ਬਿਲਕੁਲ, ਅਸੀਂ ਅਸਲ ਮੁੱਦਾ ਇਹੀ ਹੈ, ਦੇਖੋ ਪ੍ਰਸ਼ਾਸਨ ਨੂੰ ਆਪਣੀ ਜਿਹੜੀ ਡਿਊਟੀ ਆ ਉਹ ਕਰਨੀ ਚਾਹੀਦੀ ਆ, ਪਰ ਪ੍ਰਸ਼ਾਸਨ ਜਿਹੜਾ ਵਾ ਉਹ ਢੀਠ ਬਣ ਕੇ ਬਹਿ ਚੁੱਕਾ ਵਾ। ਉਹ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਕਬੂਤਰ ਹੁੰਦਾ ਨਾ, ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰਕੇ ਬਹਿ ਜਾਂਦਾ ਵਾ, ਤੇ ਉੱਦਾਂ ਮੈਨੂੰ ਲੱਗਦਾ ਪ੍ਰਸ਼ਾਸਨ ਕਬੂਤਰ ਬਣ ਕੇ ਬੈਠਾ ਵਾ। ਹੁਣ ਇਹਨੂੰ ਜਗਾਉਣਾ ਬਹੁਤ ਜ਼ਰੂਰੀ ਆ। ਜਿਹੜੇ ਇਹ ਚੀਜ਼ਾਂ ਹੈਗੀਆਂ ਵਾ, ਪਿਛਲੇ ਤੁਸੀਂ ਸਮੇਂ ਦੌਰਾਨ ਦੇਖਿਆ ਹੋਣਾ ਵਾ, ਇੱਕ ਜੱਜ ਸਾਹਿਬ ਆਏ ਸੀ ਮੈਡਮ ਮੰਜੂ ਰਾਣਾ, ਜਿਹੜੇ ਚੇਅਰਮੈਨ ਸੀ ਆਪਣਾ ਲੋਕ ਅਦਾਲਤ ਦੇ, ਉਹਨਾਂ ਨੇ ਜ਼ਰੂਰ ਇੱਕ ਵਧੀਆ ਕੰਮ ਕੀਤੇ ਸੀਗੇ, ਔਰ ਲੋਕ ਜਿਹੜੇ ਆ ਆਪਣੀ ਹਦੂਦ ਦੇ ਅੰਦਰ ਚਲੇ ਗਏ ਸੀ। ਪਰ ਲੱਗਦਾ ਮੈਨੂੰ ਕਪੂਰਥਲੇ ਦੇ ਜਿਹੜੇ ਲੋਕ ਆ ਉਹ ਢੀਠ ਆ, ਉਹ ਨਹੀਂ ਸੁਧਰ ਸਕਦੇ ਜਿਹੜੇ ਦੁਕਾਨਦਾਰ ਆ। ਤੇ ਇੱਕ ਵਾਰੀ ਫਿਰ ਅਸੀਂ ਇਸ ਮੁੱਦੇ ਨੂੰ ਇਸ ਮਾਰਕੀਟ ਤੋਂ ਸ਼ੁਰੂ ਕੀਤਾ ਵਾ, ਔਰ ਅਸੀਂ ਇਹਨੂੰ ਹੋਰ ਵੀ ਮਾਰਕੀਟਾਂ ਜਿਹੜੀਆਂ ਹੈਗੀਆਂ ਵਾ ਅਵੈਧ ਬਣੀਆਂ ਹੋਈਆਂ ਵਾ, ਉਹ ਸਾਰੀਆਂ ਦੇ ਹੁਣ ਕੇਸ ਜਿਹੜੇ SDM ਕੋਰਟ ਦੇ ਵਿੱਚ ਹੀ ਲੈ ਕੇ ਜਾਵਾਂਗੇ। ਤੁਸੀਂ ਹੁਣੇ ਕਿਹਾ ਕਿ ਢੀਠ ਆ ਦੁਕਾਨਦਾਰ, ਪਰ ਸਾਰੇ ਨਹੀਂ ਕਹਿ ਸਕਦੇ, ਕੁਛ ਜਿਹੜੇ ਮਾਰਕੀਟ ਦੇ ਹੈਗੇ ਆ, ਇਹੀ ਕਹਿ ਸਕਦੇ ਆਪਾਂ। ਮੈਂ ਤੁਹਾਨੂੰ ਚਲੋ ਹੁਣ ਜੇ ਤੁਸੀਂ ਹੁਣ ਖੁਲਾਸਾ ਕਰਾਉਣਾ ਹੀ ਚਾਹੁੰਦੇ ਮੇਰੇ ਕੋਲ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨੇ ਵੀ ਦੁਕਾਨਦਾਰ ਨੇ, ਇਹਨਾਂ ਸਾਰਿਆਂ ਦਾ ਸੈਕਸ਼ਨ 172A 'ਚ ਮਿਊਨਿਸਪਲ ਕਮੇਟੀ ਨੇ ਚਲਾਨ ਕੱਟਿਆ ਸੀਗਾ ਜੀ। ਉਸ ਤੋਂ ਬਾਅਦ ਇਹ ਸਾਰੇ ਜਿੰਨੇ ਵੀ ਦੁਕਾਨਦਾਰ ਨੇ ਜਿਨ੍ਹਾਂ ਦਾ ਚਲਾਨ ਕੱਟਿਆ ਸੀਗਾ, ਇੱਕ ਐਫੀਡੈਵਿਟ ਫਾਈਲ ਕਰਕੇ ਆਏ ਸੀ ਕੋਰਟ ਦੇ ਵਿੱਚ। ਉਹ ਸੈਕਸ਼ਨ 164 ਹੁੰਦਾ ਵਾ, ਜਿਹਦੇ 'ਚ ਕੋਰਟ 'ਚ ਬਿਆਨ ਦਿੱਤੇ ਜਾਂਦੇ ਆ। ਉਹਦੇ ਵਿੱਚ ਸਾਰਿਆਂ ਨੇ ਮੰਨਿਆ ਸੀਗਾ ਕਿ ਅਸੀਂ ਆਪਣੀ ਦੁਕਾਨ ਜਿਹੜੀ ਆ 1 ਇੰਚ ਵੀ ਦੁਕਾਨ ਤੋਂ ਬਾਹਰ ਨਹੀਂ ਕੱਢਾਂਗੇ। ਲੇਕਿਨ ਉਹਦੇ ਬਾਵਜੂਦ ਹੀ ਤੁਸੀਂ ਸ਼ਹਿਰ ਦਾ ਹਾਲ ਤੇ ਹੁਣ ਦੇਖ ਹੀ ਰਹੇ ਹੋ। ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਇਹ ਮੁੱਦਾ ਚੱਕਿਆ ਸੀਗਾ, ਤੁਸੀਂ ਹੁਣ ਦੁਬਾਰਾ ਕਿਉਂ ਨਹੀਂ ਚੱਕਦੇ। ਕਿੰਨੀ ਵਾਰੀ ਲੋਕ ਕਹਿ ਚੁੱਕੇ, ਜਿਹਦੇ ਕਰਕੇ ਹੁਣ ਫੇਰ ਸਾਨੂੰ ਸਾਹਮਣੇ ਆਉਣਾ ਪਿਆ ਹੈਗਾ। ਸਰ, ਹੈਰੀਟੇਜ ਜਿਹੜੀ ਬਿਲਡਿੰਗ ਹੁੰਦੀ ਆ, ਉਹਦੇ ਆਸ-ਪਾਸ ਦੀ ਜਿਹੜੀ ਬਾਉਂਡਰੀ ਹੁੰਦੀ ਆ, ਉਹਦੇ ਬਾਰੇ ਗਿਆਨ ਦਿਓ। ਦੇਖੋ, ਜਿਹੜੀ ਇਹ ਤੇ ਇਤਿਹਾਸਿਕ ਬਿਲਡਿੰਗਾਂ ਹੁੰਦੀਆਂ ਨਾ, ਉਹਦੇ 'ਚ ਬੜੇ ਹੀ ਸਖਤ ਕਾਨੂੰਨ ਨੇ। ਉਹਦੇ ਵਿੱਚ ਜਿਹੜੀ ਆਲੇ ਦੁਆਲੇ ਜਿਹੜੀ ਬਿਲਡਿੰਗ ਆ ਨਾ, ਬਿਲਡਿੰਗ ਦੇ ਆਲੇ ਦੁਆਲੇ ਜਿਹੜੀ ਬਾਉਂਡਰੀ ਵਾਲ ਬਣੀ ਆ, ਉਹ 6 ਫੁੱਟ ਤੋਂ ਉੱਚੀ ਨਹੀਂ ਹੋਣੀ ਚਾਹੀਦੀ। ਤੇ ਜੇ ਆਪਾਂ ਹੁਣ ਇਹਦੀ ਗੱਲ ਕਰੀਏ ਤੇ ਇਹ ਦੀਵਾਨ ਹਾਲ ਆ, ਔਰ ਇਹ ਮਹਾਰਾਜਾ ਕਪੂਰਥਲਾ ਵੱਲੋਂ ਬਣਾਇਆ ਗਿਆ ਇੱਕ ਬੜਾ ਹੀ ਵਧੀਆ ਮੋਨੂਮੈਂਟ ਹੈਗਾ ਵਾ, ਜਿਹਨੂੰ ਹੁਣ ਇਸ ਵੇਲੇ ਸਰਕਾਰ ਕਰੋੜਾਂ ਰੁਪਏ ਲਾ ਕੇ ਪ੍ਰੀਜ਼ਰਵ ਕਰ ਰਹੀ ਹੈਗੀ ਆ। ਤੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਅਦਾਲਤਾਂ ਵੀ ਆ ਉਹ ਨਵੇਂ ਕੋਰਟ ਕੰਪਲੈਕਸ ਚਲੀਆਂ ਗਈਆਂ। DC ਆਫਿਸ ਵੀ ਨਵੇਂ ਕੋਰਟ ਕੰਪਲੈਕਸ ਚਲਾ ਗਿਆ, SSP ਆਫਿਸ ਵੀ ਨਵੇਂ ਕੋਰਟ ਕੰਪਲੈਕਸ ਚਲਾ ਗਿਆ, ਔਰ ਇਸ ਬਿਲਡਿੰਗ ਦੇ ਉੱਤੇ ਕਰੋੜਾਂ ਰੁਪਇਆ ਖਰਚ ਹੋ ਰਿਹਾ ਵਾ ਤਾਂ ਕਿ ਇਹਨੂੰ ਅਸੀਂ ਦੁਬਾਰਾ ਪ੍ਰੀਜ਼ਰਵ ਕਰ ਸਕੀਏ, ਔਰ ਇਹ ਕਪੂਰਥਲਾ ਦੀ ਆਨ ਬਾਨ ਤੇ ਸ਼ਾਨ ਬਣ ਸਕੇ। ਲੇਕਿਨ ਆਨ ਬਾਨ ਤੇ ਸ਼ਾਨ ਦਿਖਾਏ ਕਿੱਥੋਂ ਦੇਗੀ, ਜਿੱਥੇ 20-20 ਫੁੱਟ ਦੀਆਂ ਕੰਧਾਂ ਕਰਕੇ ਜਿਹੜੀਆਂ ਵੱਡੀਆਂ ਮਾਰਕੀਟਾਂ ਖੜੀਆਂ ਕਰਤੀਆਂ, ਔਰ ਉਹ ਜਿਹੜੇ ਕਾਨੂੰਨ ਆ ਉਹਨਾਂ ਨੂੰ ਛਿੱਕਿਆਂ ਤੇ ਟੰਗ ਦਿੱਤਾ। ਕੀ ਸਰਕਾਰਾਂ ਨੂੰ ਉਹ ਕਾਨੂੰਨ ਦਿਖਦੇ ਨਹੀਂ ਪਏ? ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਉਹ ਕਾਨੂੰਨ ਦਿਖਦੇ ਨਹੀਂ ਪਏ? ਮੈਂ ਤੁਹਾਨੂੰ ਅੱਗੇ ਇਸ ਕੇਸ ਦੇ ਅੱਗੇ ਜਦੋਂ ਪ੍ਰੋਸੀਡਿੰਗਸ ਚੱਲਣਗੀਆਂ ਨਾ, ਮੈਂ ਤੁਹਾਨੂੰ ਹੋਰ ਖੁਲਾਸੇ ਕਰਾਂਗਾ ਕਿ ਇਹਦੇ ਵਿੱਚ ਜਿਹੜੇ ਪੁਰਾਣੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀਆਂ ਗਲਤੀਆਂ ਨਹੀਂ ਹੈਗੀਆਂ, ਜਿਹੜੇ ਇਸ ਵੇਲੇ ਮੌਜੂਦਾ ਅਧਿਕਾਰੀ ਆ ਉਹਨਾਂ ਨੇ ਵੀ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਹੈਗੀਆਂ। ਤੁਸੀਂ ਸੁਣ ਕੇ, ਜਦੋਂ ਮੈਂ ਤੁਹਾਨੂੰ ਡਾਕੂਮੈਂਟ ਦਿਖਾਊਂਗਾ ਤਾਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੰਨੇ ਮਤਲਬ ਕਿ ਕਾਨੂੰਨ ਦੇ ਜਾਣਕਾਰ ਜਿਹੜੇ ਲੋਕ ਨੇ ਉਹ ਵੀ ਕਾਨੂੰਨ ਦੀ ਧੱਜੀ ਉਡਾਈ ਜਾ ਰਹੇ ਨੇ। ਔਰ ਅੱਜ ਹੀ ਤੁਹਾਨੂੰ ਯਾਦ ਆਇਆ, ਪਹਿਲੇ ਵੀ ਕਿਉਂ ਨਹੀਂ ਮੀਡੀਆ ਦੇ ਵਿੱਚ ਖਬਰਾਂ ਉਛਲੀਆਂ ਸੀਗੀਆਂ? ਦੇਖੋ, ਪਹਿਲੋਂ ਜਦੋਂ ਅਸੀਂ ਇੱਕ ਮੁਹਿੰਮ ਛੇੜੀ ਸੀਗੀ, ਉਦੋਂ ਮੈਡਮ ਮੰਜੂ ਰਾਣਾ ਵੇਲੇ ਅਸੀਂ ਡੇਂਗੂ ਦੀ ਇੱਕ ਮੁਹਿੰਮ ਛੇੜੀ ਸੀ, ਡੇਂਗੂ ਕਰਕੇ ਸਾਰਾ ਹੋਇਆ ਸੀਗਾ। ਉਦੋਂ ਵੀ ਲੋਕਾਂ ਨੇ ਪ੍ਰਦਰਸ਼ਨ ਕੀਤੇ ਸੀਗੇ, ਸਾਡੇ ਖਿਲਾਫ ਵੀ ਬੋਲੇ ਸੀਗੇ, ਕਈ ਮਾਰਕੀਟਾਂ ਵੀ ਇਕੱਠੀਆਂ ਹੋਈਆਂ ਸੀਗੀਆਂ, ਸਭ ਕੁਝ ਹੋਇਆ ਸੀਗਾ। ਪਰ ਉਸ ਤੋਂ ਬਾਅਦ ਜਿਹੜਾ ਸੀਗਾ ਕੁਛ ਇਹੋ ਜਿਹੇ ਸਰਕਮਸਟੈਂਸਿਸ ਪੈਦਾ ਹੋਏ ਜਿਹਦੇ ਕਰਕੇ ਮੈਡਮ ਦੀ ਬਦਲੀ ਹੋ ਗਈ। ਅਸੀਂ ਵੀ ਸਾਇਲੈਂਟ ਹੋ ਗਏ ਕਿਉਂਕਿ ਉਦੋਂ ਕੋਰਟ ਬੰਦ ਹੋ ਗਈ, ਕੋਰਟ 'ਚ ਨਵੇਂ ਜੱਜ ਆ ਗਏ। ਪਰ ਹੁਣ ਜਦੋਂ ਇਸ RTI ਜਦੋਂ ਅਸੀਂ ਲਿੱਤੀ ਰੈੱਡ ਕਰਾਸ ਦੀ, ਤੇ ਉਦੋਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਾ, ਤੇ ਮੇਰੇ ਕੋਲ ਜਿਹੜਾ ਸੀਗਾ ਮੈਂ ਇਹੀ ਸੋਚਿਆ ਕਿ ਕਿਉਂ ਨਾ ਇਹਨੂੰ ਕੋਰਟ ਦੇ ਵਿੱਚੋਂ ਜਸਟਿਸ ਦਿਵਾਇਆ ਜਾਏ ਲੋਕਾਂ ਨੂੰ। ਮੈਂ ਤਾਂ ਸਿਰਫ ਇਸ ਕਰਕੇ ਇਹ ਤੇ ਆਇਆ ਕਿ ਜਿਹੜਾ ਸ਼ਹਿਰ ਦਾ ਸੁੰਦਰਤਾ ਵਾ, ਜਦੋਂ ਤੁਸੀਂ ਹੁਣ ਦੇਖੋ ਇੱਥੋਂ ਨਿਕਲੋਗੇ, ਮੰਨ ਲਓ ਕਚਹਿਰੀ ਚੌਂਕ, ਮੰਨ ਲਓ ਸ਼ਹੀਦ ਭਗਤ ਸਿੰਘ ਹੋਣਾ ਦਾ ਜਿੱਥੇ ਲੱਗਾ ਮੋਨੂਮੈਂਟ ਲੱਗਾ ਹੋਇਆ, ਉੱਥੋਂ ਨਿਕਲੋਗੇ, ਜਦੋਂ ਤੁਸੀਂ ਸੱਜੇ ਪਾਸੇ ਦੇਖੋਗੇ ਤੁਹਾਨੂੰ ਉੱਥੋਂ ਸ਼ੁਰੂ ਹੋ ਜਾਏਗੀ ਇਹ ਬਿਲਡਿੰਗ ਦਿਖਣੀ ਆਪਣੀ ਕਚਹਿਰੀ ਦੀ, ਜਿਹੜੀ ਆਪਣਾ ਦੀਵਾਨ ਹਾਲ ਆ। ਤੇ ਤੁਸੀਂ ਜਦੋਂ ਇਸ ਅੱਗੇ ਕਚਹਿਰੀ ਤੱਕ ਆਓਗੇ ਤੁਹਾਨੂੰ ਇਹ ਬਿਲਡਿੰਗ ਦਿਖਦੀ ਰਹੇਗੀ। ਹੁਣ ਤਾਂ ਤੁਹਾਨੂੰ ਕਿਤੇ ਦਿਖਦੀ ਹੀ ਨਹੀਂ ਕਿ ਬਿਲਡਿੰਗ ਹੈਗੀ ਆ। ਔਰ ਸਰ, ਜਿੱਦਾਂ ਤੁਸੀਂ ਉਹਨੇ ਐਕਸ਼ਨ ਲਿੱਤਾ ਲੀਗਲੀ, ਇਹਦੇ ਕਾਰਨ ਜਿਹੜੇ ਇਹ ਇਲੀਗਲ ਦੁਕਾਨਾਂ ਦੇ ਦੁਕਾਨਦਾਰ ਹੈਗੇ ਨੇ, ਇਹ ਆਪਣੇ ਰਾਜਨੀਤਿਕ ਆਕਾਵਾਂ ਕੋਲ ਜਾ ਰਹੇ ਨੇ। ਤੇ ਹੁਣ ਦੱਸੋ ਕਿ ਰਾਜਨੀਤਿਕ ਆਕਾ ਜਿਹੜੇ ਹੈਗੇ ਨੇ ਇਹਨਾਂ ਦੇ ਸਾਰਿਆਂ ਦੇ,
ਕੋਰਟ ਦੇ ਹਾਵੀ ਹੋਣਗੇ ਕਿ ਕੋਰਟ ਆਪਣਾ ਪ੍ਰੋਸੈਸ ਚਲਾਏਗੀ? ਦੇਖੋ, ਸਾਨੂੰ ਉਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ, ਰਾਜਨੀਤਿਕ ਆਕਾਂ ਕੋ ਜਾਣ ਜਾਂ ਕੋਰਟ ਜੋ ਵੀ ਫੈਸਲਾ ਕਰਦੀ ਹੈ। ਸਾਡਾ ਮਨ ਪੂਰੀ ਤਰ੍ਹਾਂ ਬਣ ਚੁੱਕਾ ਕਿ ਇਸ ਕੇਸ ਨੂੰ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਣਾ ਵਾ। ਜੀ, ਉਹ SDM ਜਿਹੜੇ ਟੂ ਕੋਰਟ ਹੈਗਾ ਵਾ, ਕੋਰਟ ਦੇ ਵਿੱਚ ਜੋ ਵੀ ਫੈਸਲਾ ਆਏਗਾ ਸਾਡੇ ਸਿਰ ਮੱਥੇ ਆ। ਜੀ ਜੀ, ਥੱਲੜੀ ਕੋਰਟ ਤੋਂ ਬਾਅਦ, ਕਿਉਂਕਿ ਇਹਦੀ ਜਿਹੜੀ ਅਪੀਲ ਆ ਉਹ ਡਾਇਰੈਕਟ ਹਾਈ ਕੋਰਟ 'ਚ ਆ। ਜੀ ਜੀ ਜੀ, ਠੀਕ ਹੈ ਨਾ। ਤੇ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜਿਹੜੇ ਭੋਲੇ ਭਾਲੇ ਦੁਕਾਨਦਾਰ ਆ ਉਹਨਾਂ ਦੇ ਹੱਕ ਉਹਨਾਂ ਦੇ ਉੱਥੇ ਪ੍ਰੀਜ਼ਰਵ ਨੇ। ਹੁਣ ਉਹ ਜਿਹੜੇ ਅਧਿਕਾਰੀ ਸੀਗੇ, ਪੁਰਾਣੇ ਅਧਿਕਾਰੀ ਸੀਗੇ, ਉਹਨਾਂ ਨੇ ਕਿਉਂ ਇਹਨਾਂ ਨੂੰ ਮੂਰਖ ਬਣਾਇਆ, ਜਾਂ ਉਹਨਾਂ ਨੇ ਕਿਉਂ ਨਹੀਂ ਇਹਨਾਂ ਨੂੰ ਡਾਕੂਮੈਂਟ ਦਿਖਾਏ, ਜਾਂ ਕਿਉਂ ਨਹੀਂ ਇਹ ਸਾਰਾ ਕੁਝ ਕਲੀਅਰ ਕੀਤਾ ਇਹਨਾਂ ਨੂੰ, ਇਹ ਤੇ ਹੁਣ ਉਹ ਪੁਰਾਣੇ ਅਧਿਕਾਰੀ ਹੀ ਦੱਸ ਸਕਦੇ ਨਾ ਜ਼ਿਆਦਾ ਵਧੀਆ ਤਰੀਕੇ ਨਾਲ ਕਿਉਂ ਨਹੀਂ ਕੀਤਾ। ਜਾਂ ਉਹ ਦੁਕਾਨਦਾਰ ਜਿਨ੍ਹਾਂ ਨੇ ਇਹ ਜਦੋਂ ਬੋਲੀ ਤੇ ਲਿੱਤੀਆਂ, ਉਹਨਾਂ ਨੇ ਕਿਉਂ ਨਹੀਂ ਕਾਗਜ਼ ਦੇਖੇ ਇਹਨਾਂ ਦੇ। ਔਰ ਹੁਣ ਕਪੂਰਥਲਾ ਵਾਸੀ ਤੁਹਾਡੇ ਤੋਂ, ਸੁਕੇਤ ਗੁਪਤਾ ਤੋਂ ਬਹੁਤ ਜ਼ਿਆਦਾ ਖੁਸ਼ ਹੈਗੇ ਨੇ। ਉਹਨਾਂ ਨੂੰ ਹੋਰ ਕੀ ਦੱਸਣਾ ਚਾਹੁੰਦੇ ਕਿ ਹੋਰ ਵੀ ਖੁਲਾਸੇ ਹੋਣਗੇ? ਬਿਲਕੁਲ ਹੋਣਗੇ ਸਰ, ਬਿਲਕੁਲ ਹੋਣਗੇ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸ਼ਹਿਰ ਦੇ ਵਿੱਚ ਹੋਰ ਬਹੁਤ ਹੈਗੀਆਂ ਜਿਹੜੀਆਂ ਬਾਜ਼ਾਰ ਜਿਹੜੇ ਖੁੱਲ੍ਹੇ ਕਰਨ ਦੀ ਲੋੜ ਹੈਗੀ ਆ, ਔਰ ਅਸੀਂ ਹੌਲੀ ਹੌਲੀ ਉਹ ਸਾਰੇ ਬਾਜ਼ਾਰ ਖੁੱਲ੍ਹੇ ਕਰਵਾਵਾਂਗੇ ਜੀ। ਇਹ ਇੱਕ ਵਾਰੀ ਸਾਨੂੰ ਇੱਕ ਕੇਸ ਨੂੰ ਪ੍ਰੋਸੀਡ ਕਰ ਲੈਣ ਦਿਓ, ਉਸ ਤੋਂ ਬਾਅਦ ਅਗਲੇ ਕੇਸ ਅਸੀਂ ਉਹਨਾਂ ਨੂੰ ਪ੍ਰੋਸੀਡ ਕਰਾਂਗੇ। ਇੱਕ ਲਾਸਟ ਕੁਐਸਚਨ, ਬੱਸ ਸਟੈਂਡ ਦੇ ਸਾਹਮਣੇ ਜਿਹੜੀ ਰੈੱਡ ਕ੍ਰੋਸ ਜਿਹੜਾ ਆਫਿਸ ਆ, ਉਹ ਵੀ ਸੁਣਿਆ ਕਿ ਇਹ ਵੀ ਨਜਾਇਜ਼ ਜਗ੍ਹਾ 'ਤੇ ਬਣਿਆ ਹੋਇਆ, ਕਿਸੇ ਜਗ੍ਹਾ 'ਤੇ ਬਣਿਆ ਹੋਇਆ? ਨਹੀਂ, ਨਜਾਇਜ਼ ਨਹੀਂ ਹੈਗੀ, ਕਿਉਂਕਿ ਉਹਦੇ ਮਾਲਕਾਨਾ ਹੱਕ ਵਾਸਤੇ ਕੇਸ ਚੱਲਦਾ ਪਿਆ ਵਾ ਕੋਰਟ ਦੇ ਵਿੱਚ। ਉਹ ਵੀ ਮੈਂ ਜਦੋਂ RTI ਦੇ ਵਿੱਚ ਸਾਰੇ ਰੈੱਡ ਕ੍ਰਾਸ ਨੂੰ ਛਾਣਿਆ ਸੀਗਾ, ਮੈਨੂੰ ਲਗਭਗ 3 ਕੁ ਮਹੀਨੇ ਦਾ ਸਮਾਂ ਲੱਗਿਆ ਰੈੱਡ ਕ੍ਰਾਸ ਪੂਰਾ ਛਾਣਨ ਵਾਸਤੇ। ਤੇ ਜਦੋਂ ਮੈਂ ਰੈੱਡ ਕ੍ਰਾਸ ਨੂੰ ਪੂਰਾ ਛਾਣਿਆ ਸੀਗਾ ਤਾਂ ਉਦੋਂ ਮੈਨੂੰ ਪਤਾ ਲੱਗਾ ਕਿ ਜਿਹੜਾ ਰੈੱਡ ਕ੍ਰਾਸ ਦਾ ਜਿਹੜਾ 35 ਕੁ ਮਰਲੇ ਦੇ ਏਰੀਆ ਕੁਛ ਹੈਗਾ ਲਗਭਗ, ਤੇ ਇਹ ਸਾਰਾ ਦਾ ਸਾਰੇ ਏਰੀਆ ਦੇ ਉੱਤੇ ਕੋਈ ਮਾਲਕਾਨਾ ਹੱਕ ਜਿਹੜਾ ਵਾ ਉਹ ਕੋਈ ਹੋਰ ਵਿਅਕਤੀ ਆਪਣਾ ਦਾ ਕਰ ਰਿਹਾ ਹੈਗਾ ਵਾ। ਔਰ ਉਹ ਮੇਰਾ ਖਿਆਲ ਆ ਉਹ ਥੱਲੜੀ ਕੋਰਟ ਦੇ ਵਿੱਚੋਂ ਕੇਸ ਜਿੱਤ ਚੁੱਕੇ ਹੈਗੇ ਨਾ। ਤੇ ਉਸ ਤੋਂ ਬਾਅਦ ਰੈੱਡ ਕ੍ਰਾਸ ਨੇ ਇਹਦੀ ਅਪੀਲ ਜਿਹੜੀ ਆ ਉਹ ਹਾਈ ਕੋਰਟ 'ਚ ਪਾਈ ਹੋਈ ਆ। ਉਹ ਟੂ ਕੋਰਟ ਆ, ਹਜੇ ਕੋਰਟ ਨੇ ਹਜੇ ਫੈਸਲਾ ਦੇਣਾ ਵਾ। ਤੇ ਇਸ ਕਰਕੇ ਰੈੱਡ ਕ੍ਰਾਸ ਦੇਖੋ ਕੀ ਬਣਦਾ ਹੈਗਾ। ਹਜੇ ਤੇ ਰੈੱਡ ਕ੍ਰਾਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਸੁਕੇਤ ਗੁਪਤਾ ਜੀ ਦੇ ਹੁਣੇ ਸਾਰੇ ਜੋ ਵੀ ਆ ਵਿਊਜ਼ ਆ ਤੁਸੀਂ ਸੁਣੇ ਆ, ਹੁਣ ਅੱਗੇ ਕੀ ਹੌਲੀ ਹੌਲੀ ਸਟੈਪ ਚੱਲਦੇ ਨੇ ਦੇਖਦੇ ਹਾਂ। ਮੈਂ ਸੌਰਵ ਮਲਿਕ, 19 ਨਿਊਜ਼ TV ਨਾਲ ਮਨਜੀਤ ਕੌਰ, ਕਪੂਰਥਲਾ।